ਤੁਸੀਂ ਲੱਖਾਂ ਦਾ ਘਪਲਾ ਸੁਣਿਆ ਹੋਵੇਗਾ, ਤੁਸੀਂ ਕਰੋੜਾਂ ਦਾ ਵੀ ਘਪਲਾ ਸੁਣਿਆ ਹੋਵੇਗਾ। ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਜ਼ਿਲ੍ਹੇ ਪੱਧਰ ਤੇ ਤਕਰੀਬਨ 1 ਅਰਬ ਦਾ ਘਪਲਾ ਹੋ ਗਿਆ ਹੋਵੇ? ਕੌਣ ਲੋਕ ਨੇ ਇਸ 'ਚ ਸ਼ਾਮਲ, ਕਿਸ ਤਰ੍ਹਾਂ ਇਹ ਪੂਰਾ ਘਪਲਾ ਹੋਇਆ? ਜਦੋਂ ਆਪਾਂ 100 ਕਰੋੜ ਦੀ ਗੱਲ ਕਰਦੇ ਆ ਨਾ, ਤਾਂ ਜਿਹੜੀ ਜੀਭ ਆ 2-3 ਵਾਰੀ ਵਲ ਖਾਂਦੀ ਹੈ। ਪਰ ਜਿਹੜੇ 100 ਕਰੋੜ ਤੋਂ ਉੱਤੇ ਛਕ ਗਏ, ਉਹਨਾਂ ਦੀ ਜੀਭ ਨੇ ਕਿੰਨੇ ਵਲ ਖਾਦੇ ਹੋਣਗੇ? ਜ਼ਿਕਰਯੋਗ ਤਾਂ ਇਹ ਆ। ਫਿਰੋਜ਼ਪੁਰ ਬਲਾਕ ਦੇ ਵਿੱਚ 15 ਕਰੋੜ 31 ਲੱਖ ਰੁਪਈਆ, ਗੁਰੂ ਸਾਹਿਬ ਦੇ ਵਿੱਚ 18 ਕਰੋੜ 91 ਲੱਖ ਦਾ ਘਪਲਾ, ਮਮਦੋਟ ਬਲਾਕ ਦੇ ਵਿੱਚ 20 ਕਰੋੜ 49 ਲੱਖ ਰੁਪਈਏ ਦਾ ਘਪਲਾ, ਜੀਰਾ ਬਲਾਕ ਦੇ ਵਿੱਚ 19 ਕਰੋੜ 20 ਲੱਖ ਦਾ ਘਪਲਾ ਹੋ ਗਿਆ, ਮਖੂ ਦੇ ਵਿੱਚ 13 ਕਰੋੜ 65 ਲੱਖ ਦਾ ਘਪਲਾ ਹੋ ਗਿਆ। 2-3 ਪੇਜਾਂ ਦੀ 4 ਪੇਜਾਂ ਦੀ ਜਿਹੜੀ ਇਹ ਸ਼ਿਕਾਇਤ ਹੈਗੀ ਆ, ਔਰ ਇਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਕਿ ਫਲਾਣੇ ਮੁਲਾਜ਼ਮ, ਵੱਡੀ ਗੱਲ ਆ ਉਹਨਾਂ ਦੇ ਨਾਂ ਲਿਖੇ ਹੋਏ। ਪਰ ਇਹ ਜਿਹੜਾ ਘਪਲਾ ਇਹ ਮੀਡੀਆ ਦੇ ਵਿੱਚ ਨਹੀਂ ਆਇਆ। ਇਹ ਘਪਲਾ ਕੁਝ ਉੱਚ ਅਫਸਰ ਨੇ, ਉੱਚ ਅਧਿਕਾਰੀ ਨੇ ਜਿਹੜੇ ਵੱਡੀਆਂ ਕੁਰਸੀਆਂ ਤੇ ਬੈਠੇ। ਵੇਖੋ, ਇੱਕ ਬੰਦਾ ਨਹੀਂ ਕਰ ਸਕਦਾ, ਇਹਦੇ 'ਚ ਬੜੇ ਬੰਦਿਆਂ ਦੇ ਨਾਮ ਆ ਜਿਨ੍ਹਾਂ ਬੰਦਿਆਂ ਨੇ ਰਲ ਕੇ ਇਹ ਮਾਲ ਛਕੇ ਦੀ ਸ਼ੰਕਾ ਜ਼ਾਹਿਰ ਹੋਈ ਹੈ। ਉਹ ਵਿਅਕਤੀਆਂ ਦੇ ਇੱਥੋਂ ਤੱਕ ਇਲਜ਼ਾਮ ਲੱਗੇ ਆ ਕਿ ਜਿਹੜੇ ਮੁੱਖ ਵਿਅਕਤੀ ਨੇ ਉਹਨਾਂ ਨੇ ਆਪ ਦੇ ਕਰੀਬੀਆਂ ਦੀਆਂ ਜਿਹੜੀਆਂ ਫਰਮਾਂ ਬਣਾ ਕੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ। ਇਸ ਦੀ ਘੋਖ ਪੜਤਾਲ ਸਹੀ ਤਰੀਕੇ ਨਾਲ ਹੁੰਦੀ ਹੈ ਤੇ ਲੱਗਦਾ ਹੈ ਕਈ ਵੱਡੇ ਚਿਹਰੇ, ਕਈ ਨਾਮੀ ਲੀਡਰ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਨੇ। ਕਰਪਸ਼ਨ ਕਰਨ ਵਾਲੇ ਜ਼ਿਆਦਾ ਨੇ ਔਰ ਫੜਨ ਵਾਲੇ ਘੱਟ, ਇਮਾਨਦਾਰ ਘੱਟ ਆ। ਇਹ ਤਾਂ ਆਪਾਂ ਵਰਬਲੀ ਗੱਲ ਆਪਾਂ ਕਹਿ ਦਿੰਦੇ ਆ ਕਿ ਇਮਾਨਦਾਰ ਬੰਦੇ ਘੱਟ ਆ। ਜੇ ਇਮਾਨਦਾਰ ਪਹਿਲਾਂ ਹੀ ਜ਼ਿਆਦਾ ਹੁੰਦੇ ਤਾਂ ਫਿਰ ਘਪਲੇ ਕਿਉਂ ਹੁੰਦੇ? ਮਾਣੂਕੇ ਵਾਲੀ ਕੋਠੀ ਜੇ ਐਮਐਲਏ ਮੌਜੂਦਾ ਤੋਂ ਛਡਵਾਈ ਜਾ ਸਕਦੀ ਆ, ਪਰ ਜਿਹੜੇ ਐਮਐਲਏ ਦੇ ਸਮੇਂ ਤੇ ਆਹ ਕੁਝ ਹੋਇਆ, ਆਹ ਕਰਪਸ਼ਨ ਹੋਈ, ਇਹਦੀ ਕੋਖ ਪੜਤਾਲ ਕਿਉਂ ਨਹੀਂ ਹੋ ਸਕਦੀ? 100 ਕਰੋੜ ਦੀ ਗੱਲ ਕਰਾਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਜੀਭ ਨੂੰ ਵਲ ਪੈਂਦਾ ਜਦੋਂ 100 ਕਰੋੜ ਦੀ ਗੱਲ ਕਰਦੇ ਆ। ਸੋਨੇ ਦੇ ਪਿੰਡ ਬਣ ਜਾਣੇ ਸੀ ਅਗਰ ਇਹ 100 ਕਰੋੜ ਰੁਪਈਆ ਪਿੰਡਾਂ 'ਚ ਲੱਗ ਜਾਂਦਾ, ਸਹੀ ਢੰਗ ਨਾਲ ਲੱਗ ਜਾਂਦਾ, ਘਪਲਾ ਨਾ ਹੋਇਆ ਹੁੰਦਾ, ਸੋਨੇ ਦੀਆਂ ਇੱਟਾਂ ਲੱਗ ਸਕਦੀਆਂ ਸੀ। ਐਮਐਲਏ ਨੂੰ ਇੱਕ ਕਾਪੀ ਗਈ ਹੋਵੇ ਇੱਕ ਕੰਪਲੇਂਟ ਦੀ, ਉਹਦੇ ਤੇ ਕੀ 100 ਕਰੋੜ ਦੇ ਘਪਲੇ 'ਚ ਐਮਐਲਏ ਨੇ ਇੰਟਰਸਟ ਲਿਆ ਜਾਂ ਨਹੀਂ ਲਿਆ? ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ। ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਹੁਣ ਦੀ ਸਰਕਾਰ, ਮਾਨ ਸਰਕਾਰ, ਕੀ ਇਹਨਾਂ ਦੇ ਉੱਪਰ ਕੋਈ ਐਕਸ਼ਨ ਲੈਂਦੀ ਆ? ਤੁਸੀਂ ਲੱਖਾਂ ਦਾ ਘਪਲਾ ਸੁਣਿਆ ਹੋਵੇਗਾ, ਤੁਸੀਂ ਕਰੋੜਾਂ ਦਾ ਵੀ ਘਪਲਾ ਸੁਣਿਆ ਹੋਵੇਗਾ। ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਜ਼ਿਲ੍ਹੇ ਪੱਧਰ ਤੇ 100 ਕਰੋੜ ਦਾ ਲਗਭਗ ਘਪਲਾ ਹੋ ਗਿਆ ਹੋਏ, ਤਕਰੀਬਨ 1 ਅਰਬ ਦਾ ਘਪਲਾ ਹੋ ਗਿਆ ਹੋਏ? ਕੌਣ ਲੋਕ ਨੇ ਇਸ 'ਚ ਸ਼ਾਮਲ, ਕਿਸ ਤਰ੍ਹਾਂ ਇਹ ਪੂਰਾ ਘਪਲਾ ਹੋਇਆ? ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਪੱਤਰਕਾਰ ਸੁਖ ਮੇਰੇ ਨਾਲ ਨੇ, ਸੋ ਗੱਲਬਾਤ ਕਰਦੇ ਉਹਦੇ ਨਾਲ। ਸਤਿ ਸ਼੍ਰੀ ਅਕਾਲ ਸੁਖ ਜੀ। ਸਤਿ ਸ਼੍ਰੀ ਅਕਾਲ ਜੀ। ਸੁਖ ਜੀ, 100 ਕਰੋੜ ਦੇ ਲਗਭਗ ਘਪਲਾ, ਕੀ ਹੈ ਪੂਰਾ ਮਾਮਲਾ? 100 ਕਰੋੜ ਦਾ ਘਪਲਾ, ਜਦੋਂ ਆਪਾਂ 100 ਕਰੋੜ ਦੀ ਗੱਲ ਕਰਦੇ ਆ ਨਾ, ਤਾਂ ਜਿਹੜੀ ਜੀਭ ਆ 2-3 ਵਾਰੀ ਵਲ ਖਾਂਦੀ ਆ। ਮਤਲਬ ਲੱਖ ਕਹਿਣਾ, ਤੁਸੀਂ ਬੋਲ ਕੇ ਕਦੇ ਵੇਖੋ, ਲੱਖ ਕਹਿਣਾ ਉਹਦੇ 'ਚ ਜੀਭ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਕਰੋੜਾਂ ਕਹਿੰਦੇ ਜਾਂ 100 ਕਰੋੜ ਕਹਿੰਦੇ ਆ, ਜੀਭ 2 ਵਾਰੀ ਵਲ ਖਾਂਦੀ। ਪਰ ਜਿਹੜੇ ਮੁਲਾਜ਼ਮ ਫਿਰੋਜ਼ਪੁਰ ਦੇ ਜਿਹੜੇ 100 ਕਰੋੜ ਤੋਂ ਉੱਤੇ ਛਕ ਗਏ, ਉਹਨਾਂ ਦੀ ਜੀਭ ਨੇ ਕਿੰਨੇ ਵਲ ਖਾਦੇ ਹੋਣਗੇ? ਜ਼ਿਕਰਯੋਗ ਤਾਂ ਇਹ ਆ। ਔਰ ਇਹ ਕਿਵੇਂ ਪਤਾ ਲੱਗਿਆ? ਇਹ ਸਾਡੇ ਕੋਲ ਇੱਕ ਚਿੱਠੀ ਹੱਥ ਲੱਗੀ ਆ, ਜਿਸ ਚਿੱਠੀ ਦੇ ਵਿੱਚ ਸ਼ਿਕਾਇਤਕਰਤਾ ਨੇ ਕਥਿਤ ਤੌਰ ਤੇ ਇੱਕ ਚਿੱਠੀ 'ਚ ਲਿਖਤਾ ਕਿ 100 ਕਰੋੜ ਤੋਂ ਉੱਤੇ ਦੇ ਜਿਹੜੇ ਫਿਰੋਜ਼ਪੁਰ ਦੇ ਵਿੱਚ ਘਪਲੇ ਕੀਤੇ ਗਏ ਆ, ਉਹ ਘਪਲੇ ਕੀਤੇ ਗਏ ਆ ਮਨਰੇਗਾ ਦੇ ਵਿੱਚ। ਮਨਰੇਗਾ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ 'ਚ ਜਿੰਨੇ ਵੀ ਵਿਧਾਨ ਸਭਾ ਹਲਕਿਆਂ ਦੇ ਅੰਡਰ ਬਲਾਕ ਆਉਂਦੇ ਆ, ਬਲਾਕ ਘੱਲ ਖੁਰਦ, ਬਲਾਕ ਮਮਦੋਟ, ਬਲਾਕ ਮਖੂ, ਜੀਰਾ, ਗੁਰੂ ਸਾਹਿਬ, ਫਿਰੋਜ਼ਪੁਰ ਸ਼ਹਿਰੀ ਬਲਾਕ, ਇਹਨਾਂ ਬਲਾਕਾਂ ਦੇ ਵਿੱਚ ਜਿੰਨਾ ਵੀ ਨਰੇਗਾ ਦਾ ਕੰਮ ਹੋਇਆ ਪਿਛਲੇ 8 ਸਾਲਾਂ ਦੇ ਵਿੱਚ, 7 ਸਾਲਾਂ ਦੇ ਵਿੱਚ, ਉਹਨਾਂ ਵਿੱਚ ਘਪਲਾ ਦੀ ਜਿਹੜੀ ਸ਼ੰਕਾ ਜਤਾਈ ਗਈ। ਔਰ ਲਿਖਣ ਵਾਲੇ ਵਿਅਕਤੀ ਨੇ ਇਸ ਤਰੀਕੇ ਨਾਲ 100 ਕਰੋੜ ਦੇ ਘਪਲੇ ਨੂੰ ਲਿਖਤਾ ਕਿ ਮੈਂ ਕਹਿੰਦਾ ਕਿ ਪਤਾ ਨਹੀਂ ਕਿੰਨੀ ਕੁ ਜਾਣਕਾਰੀ ਉਹਨੂੰ ਹੈਗੀ ਆ। ਜਦੋਂ ਮੈਂ ਲੈਟਰ ਨੂੰ ਪੜ੍ਹਿਆ, ਸ਼ਿਕਾਇਤਕਰਤਾ ਦੀ ਲੈਟਰ ਨੂੰ, ਹਾਲਾਂਕਿ ਇਹ ਕਿਹਾ ਜਾ ਰਿਹਾ ਵੀ ਸ਼ਿਕਾਇਤਕਰਤਾ ਦਾ ਨਾਮ ਨਹੀਂ ਹੈਗਾ, ਕਿਸੇ ਵਿਅਕਤੀ ਨੇ ਕਿਹਾ ਵੀ ਆਪਦੇ ਪੱਧਰ ਤੇ ਜਾਂਚ ਕਰੇ ਸਰਕਾਰ ਇਸ ਦੀ। ਔਰ ਇਹਦੇ ਵਿੱਚ ਮੈਂ ਗੱਲ ਕਰਾਂ ਤਾਂ ਜਿਹੜੇ ਬਲਾਕ ਨੇ, ਜਿਵੇਂ ਬਲਾਕ ਘੱਲ ਖੁਰਦ ਦੀ ਗੱਲ ਕਰਾਂ ਤਾਂ ਬਲਾਕ ਘੱਲ ਖੁਰਦ ਜਿਵੇਂ ਲਗਾਤਾਰ ਚਰਚਾਵਾਂ ਦੇ ਵਿੱਚ ਰਹਿੰਦਾ, ਕਰੋੜਾਂ ਦੇ ਘਪਲਿਆਂ ਦੇ ਵਿੱਚ ਰਹਿੰਦਾ, ਬਹੁਤ ਸਾਰੇ ਸੈਕਟਰੀ ਉੱਥੋਂ ਦੇ ਸਸਪੈਂਡ ਹੋਇਆ, ਬਹੁਤ ਸਾਰੇ ਮੁਲਾਜ਼ਮਾਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ। ਉਸ ਬਲਾਕ ਦੇ ਵਿੱਚ ਵੀ 18 ਕਰੋੜ ਰੁਪਈਆ ਜਿਹੜਾ ਦੱਸਿਆ ਜਾ ਰਿਹਾ ਉਸ ਬਲਾਕ ਦੇ ਵਿੱਚ
ਘਪਲਾ ਹੋ ਗਿਆ। ਫਿਰੋਜ਼ਪੁਰ ਬਲਾਕ ਦੇ ਵਿੱਚ 15 ਕਰੋੜ 31 ਲੱਖ ਰੁਪਈਆ ਕਰੀਬ ਲਿਖਿਆ ਗਿਆ। ਇਹਦੇ ਵਿੱਚ ਲੈਟਰ ਦੇ ਜਿਹੜਾ ਉਹਦੇ 'ਚ ਘਪਲਾ ਹੋਇਆ। ਗੁਰੂ ਸਾਹਿਬ ਦੇ ਵਿੱਚ 18 ਕਰੋੜ 91 ਲੱਖ ਦਾ ਘਪਲਾ ਜਿਹੜਾ ਹੋਇਆ। ਮਮਦੋਟ ਬਲਾਕ ਦੇ ਵਿੱਚ 20 ਕਰੋੜ 49 ਲੱਖ ਰੁਪਈਏ ਦਾ ਘਪਲਾ ਹੋਇਆ। ਜੀਰਾ ਬਲਾਕ ਦੇ ਵਿੱਚ 19 ਕਰੋੜ 20 ਲੱਖ ਦਾ ਘਪਲਾ ਹੋ ਗਿਆ। ਮਖੂ ਦੇ ਵਿੱਚ 13 ਕਰੋੜ 65 ਲੱਖ ਦਾ ਘਪਲਾ ਹੋ ਗਿਆ। 6 ਬਲਾਕ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ, ਔਰ 6 ਬਲਾਕਾਂ ਦੇ ਵਿੱਚ ਕਰੀਬ 1 ਅਰਬ ਤੋਂ ਉੱਤੇ ਦਾ ਜਿਹੜਾ ਘਪਲਾ ਹੋ ਚੁੱਕਿਆ। ਇਹ ਸ਼ਿਕਾਇਤਕਰਤਾ ਜਦੋਂ ਇਹਦੇ 'ਚ ਲਿਖਦਾ ਬੜੀ ਖੁੱਲ੍ਹ ਕੇ ਸ਼ਿਕਾਇਤ ਕੀਤੀ ਗਈ ਆ। 2-3 ਪੇਜਾਂ ਦੀ 4 ਪੇਜਾਂ ਦੀ ਜਿਹੜੀ ਇਹ ਸ਼ਿਕਾਇਤ ਹੈਗੀ ਆ, ਔਰ ਇਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਕਿ ਫਲਾਣੇ ਮੁਲਾਜ਼ਮਾਂ ਦੇ ਨਾਮ ਲਿਖੇ ਆ। ਫਲਾਣੇ ਮੁਲਾਜ਼ਮ ਜਿਹੜੇ ਆ ਉਹਨਾਂ ਨੇ ਘਪਲਾ ਕੀਤਾ, ਔਰ ਵੱਡੀ ਗੱਲ ਆ ਉਹਨਾਂ ਦੇ ਨਾਂ ਲਿਖੇ ਹੋਏ ਆ। ਉਹਨਾਂ ਦੇ ਨਾਂ ਲਿਖ ਕੇ ਇੱਥੋਂ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਵਿਜੀਲੈਂਸ ਜਾਂਚ ਵੀ ਚੱਲ ਰਹੀ ਆ ਉਹਦੀ। ਪਰ ਇਹ ਜਿਹੜਾ ਘਪਲਾ ਇਹ ਮੀਡੀਆ ਦੇ ਵਿੱਚ ਨਹੀਂ ਆਇਆ, ਮੀਡੀਆ 'ਚ ਉਜਾਗਰ ਨਹੀਂ ਹੋਇਆ, ਲੋਕਾਂ ਨੂੰ ਨਹੀਂ ਪਤਾ ਲੱਗਿਆ। ਸਿਰਫ ਕਾਗਜ਼ਾਂ ਦੇ ਵਿੱਚ ਇਹਨਾਂ ਦੀ ਜਿਹੜੀ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਇਨਕੁਆਇਰੀਆਂ ਖੁੱਲ੍ਹੀਆਂ ਹੋਈਆਂ, ਔਰ ਲਗਾਤਾਰ ਇਹਨਾਂ ਵਿਅਕਤੀਆਂ ਨੂੰ ਬੁਲਾਇਆ ਜਾ ਰਿਹਾ। ਔਰ ਇਹ 8 ਸਾਲਾਂ ਦੇ ਵਿੱਚ ਘਪਲਾ ਕੀ ਹੋਇਆ, ਗਲੀਆਂ ਦੇ ਵਿੱਚ ਗੱਲ ਕਰੀਏ ਜਾਂ ਮਨਰੇਗਾ ਦੇ ਤਹਿਤ ਜਿਹੜੇ ਵੀ ਕੋਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਘਪਲਾ ਹੋਇਆ। ਔਰ ਦੂਜੀ ਗੱਲ ਕਰੀਏ, ਇਹ ਘਪਲਾ ਕੁਝ ਉੱਚ ਅਫਸਰ ਨੇ, ਉੱਚ ਅਧਿਕਾਰੀ ਨੇ ਜਿਹੜੇ ਵੱਡੀਆਂ ਕੁਰਸੀਆਂ ਤੇ ਬੈਠੇ। ਵੇਖੋ ਇੱਕ ਬੰਦਾ ਨਹੀਂ ਕਰ ਸਕਦਾ, ਇਹਦੇ 'ਚ ਬੜੇ ਬੰਦਿਆਂ ਦੇ ਨਾਮ ਆ ਜਿਨ੍ਹਾਂ ਬੰਦਿਆਂ ਨੇ ਰਲ ਕੇ ਇਹ ਮਾਲ ਛਕੇ ਦੀ ਸ਼ੰਕਾ ਜ਼ਾਹਿਰ ਹੋਈ ਹੈ ਇਸ ਚਿੱਠੀ ਦੇ ਰਾਹੀਂ ਕਿ ਵੱਡੇ ਲੈਵਲ ਤੱਕ ਇਹ ਮਾਲ ਛਕਿਆ ਗਿਆ। ਉਹ ਵਿਅਕਤੀਆਂ ਦੇ ਇੱਥੋਂ ਤੱਕ ਇਲਜ਼ਾਮ ਲੱਗੇ ਆ ਕਿ ਜਿਹੜੇ ਮੁੱਖ ਵਿਅਕਤੀ ਨੇ ਮਨਰੇਗਾ ਦੇ ਕਰਤਾ ਧਰਤਾ ਨੇ ਜ਼ਿਲ੍ਹੇ ਦੇ ਵਿੱਚੋਂ, ਉਹਨਾਂ ਨੇ ਆਪਦੇ ਕਰੀਬੀਆਂ ਦੀਆਂ ਜਿਹੜੀਆਂ ਫਰਮਾਂ ਬਣਾ ਕੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਹੋਏ ਆ। ਜਾਣੀ ਕਿ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕੰਮ ਹੋਇਆ ਹੋ ਸਕਦਾ। ਜਿਸ ਹਿਸਾਬ ਨਾਲ ਅਗਰ ਇਹ ਚਿੱਠੀ ਸੱਚੀ ਆ, ਅਗਰ ਇਹ ਚਿੱਠੀ 1 ਅਰਬ ਦੀ 100 ਕਰੋੜ ਘਪਲੇ ਦੀ ਇਹ ਚਿੱਠੀ ਅਗਰ ਸੱਚੀ ਆ ਜਿਹੜੇ ਵਿਅਕਤੀ ਨੇ ਲਿਖਿਆ, ਵੇਖੋ ਅਗਰ ਕੋਈ ਸ਼ੰਕਾ ਹੁੰਦੀ ਆ, ਅਗਰ ਕੋਈ ਗੱਲ ਹੁੰਦੀ ਆ, ਉਹ ਗੱਲ ਤਾਂ ਸਾਹਮਣੇ ਆਉਂਦੀ ਆ। ਅਗਰ 100 ਕਰੋੜ ਦੀ ਇੱਕ ਸ਼ਿਕਾਇਤ ਆਈ ਆ ਤਾਂ ਇਹਦਾ ਮਤਲਬ ਇਹ ਆ ਕਿ 100 ਕਰੋੜ ਦੀ ਅਗਰ ਇਹ ਆਈ ਆ ਤਾਂ ਇਹਦਾ ਮਤਲਬ ਇਹ ਆ ਕਿ ਇਹ ਵਾਕਈ ਗੱਲ ਹੋ ਸਕਦੀ ਆ। ਪਰ ਹੁਣ ਇਹਦੇ 'ਚ ਜਿਹੜੇ ਉੱਪਰਲੇ ਅਧਿਕਾਰੀ ਰਲੇ ਆ, ਉੱਪਰਲੇ ਅਧਿਕਾਰੀ ਮੈਂ ਕਹਿੰਦਾ ਕਿ ਵੱਡੇ ਪੱਧਰਾਂ ਤੱਕ DC ADC ਲੈਵਲ ਦੇ ਜਾਂ ਮਨਰੇਗਾ ਲੈਵਲ ਦੇ ਜਿਹੜੇ ਉਹ ਸਮੇਂ ਦੇ ਅਧਿਕਾਰੀ ਹੋਣਗੇ ਜਿਹੜੇ ਇਹਦੇ 'ਚ ਰਲੇ ਹੋਣਗੇ। ਸਵਾਲ ਚਿੰਨ੍ਹ ਖੜਾ ਹੁੰਦਾ ਕਿ ਹੁਣ ਦੀ ਸਰਕਾਰ ਕੀ ਇਹਨਾਂ ਦੇ ਉੱਪਰ ਕੋਈ ਐਕਸ਼ਨ ਲੈਂਦੀ ਆ? ਕਿ ਹੁਣ ਦੀ ਸਰਕਾਰ, ਮਾਨ ਸਰਕਾਰ, ਕਿ ਇਹਨਾਂ ਵਿਅਕਤੀਆਂ ਨੇ ਜਿਨ੍ਹਾਂ ਨੇ 100 ਕਰੋੜ, ਇਹਦੇ 'ਚ ਇਹ ਵੀ ਲਿਖਿਆ ਕਿ ਸੋਨੇ ਦੇ ਪਿੰਡ ਬਣ ਜਾਣੇ ਸੀ ਅਗਰ ਇਹ 100 ਕਰੋੜ ਰੁਪਈਆ ਪਿੰਡਾਂ 'ਚ ਲੱਗ ਜਾਂਦਾ, ਸਹੀ ਢੰਗ ਨਾਲ ਲੱਗ ਜਾਂਦਾ, ਘਪਲਾ ਨਾ ਹੋਇਆ ਹੁੰਦਾ, ਸੋਨੇ ਦੀਆਂ ਇੱਟਾਂ ਲੱਗ ਸਕਦੀਆਂ ਸੀ। 100 ਕਰੋੜ ਥੋੜਾ ਨਹੀਂ ਹੁੰਦਾ। ਔਰ ਗਲੀਆਂ ਅੱਜ ਵੀ ਟੁੱਟੀਆਂ, ਅੱਜ ਵੀ ਉਹੀ ਹਾਲ ਆ, ਉਹੀ ਕੁਛ ਆ। ਪਰ ਮਨਰੇਗਾ ਦੇ ਨਾਂ ਤੇ ਜਿਹੜਾ ਵੱਡਾ ਘਪਲਾ, ਸੈਂਟਰ ਸਰਕਾਰ ਦੇ ਪੈਸੇ ਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਅਧਿਕਾਰੀਆਂ ਵੱਲੋਂ, ਵੱਡੇ ਅਧਿਕਾਰੀਆਂ ਵੱਲੋਂ, ਜਿਹੜੀ ਗਲਤ ਪੈਸੇ ਦੀ ਵਰਤੋਂ ਕਰਕੇ ਆਪਣੀਆਂ ਜੇਬਾਂ ਭਰੀਆਂ ਗਈਆਂ, ਪ੍ਰਾਪਰਟੀਆਂ ਬਣਾਈਆਂ ਜਾ ਰਹੀਆਂ ਜਾਂ ਆਪਣੇ ਖਾਤੇ ਭਰੇ ਗਿਆ, ਇਹਨਾਂ ਦੇ ਉੱਪਰ ਠੋਸ ਕਾਰਵਾਈ ਜਿਹੜੀ ਆ ਉਹ ਮੰਗ ਕਰਦੀ ਆ ਲੈਟਰ। ਹਾਲਾਂਕਿ ਇਸ ਤੋਂ ਬਾਅਦ ਇੱਕ ਲੈਟਰ ਹੋਰ ਵੀ ਆਈ ਦੀ ਸ਼ੰਕਾ। ਮੇਰੇ ਸੂਤਰੇ ਦੱਸਦੇ ਆ ਕਿ ਇਹ ਜਦੋਂ ਸ਼ਿਕਾਇਤ ਹੋ ਗਈ, ਇਹਦੀ ਇਨਕੁਆਇਰੀ ਖੁੱਲੀ, ਬੜਾ ਰੌਲਾ ਪਿਆ, ਪਰ ਕਿਤੇ ਨਾ ਕਿਤੇ ਵਿਜੀਲੈਂਸ ਕੋਲ ਇਸ ਦੀ ਇਨਕੁਆਇਰੀ ਚੱਲ ਰਹੀ ਆ। ਪਰ ਇਸ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੇ ਬਾਈ ਨੇਮ ਵੀ ਚਿੱਠੀ ਪਾਈ ਆ, ਸੇਮ ਡਾਟਾ ਸੇਮ ਕਹਾਣੀ, ਬਾਈ ਨੇਮ ਵੀ ਚਿੱਠੀ ਆਈ ਆ। ਉਸ ਦੀ ਵੀ ਇਨਕੁਆਇਰੀ ਫਿਰੋਜ਼ਪੁਰ ਲੈਵਲ ਤੇ ਤਾਂ ਖੈਰ ਚੱਲ ਰਹੀ ਆ। MLA ਨੂੰ ਵੀ ਬਕਾਇਦਾ ਲਿਖਿਆ ਗਿਆ। ਇਹ ਚਿੱਠੀ ਨੂੰ ਜਦੋਂ ਇਹ ਸ਼ਿਕਾਇਤ ਭੇਜੀ ਗਈ ਤਾਂ ਇਹਦੇ ਤੇ ਮਾਨਯੋਗ MLA ਸ਼ਹਿਰੀ MLA ਜਿਹੜਾ ਫਿਰੋਜ਼ਪੁਰ ਦਿਹਾਤੀ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਇਹਦੇ ਵਿੱਚ। ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਚਿੱਠੀ ਆ ਉਹਨਾਂ ਨੂੰ ਕਾਪੀ ਕੀਤੀ ਗਈ ਹੈ, ਇਹ ਕਾਪੀਆਂ ਉਹਨਾਂ ਨੂੰ ਭੇਜੀਆਂ ਗਈਆਂ। ਪਰ MLA ਦੇ ਵੱਲੋਂ ਕਿੰਨਾ ਕੁ ਰਿਸਪੌਂਸ ਦਿੱਤਾ ਗਿਆ, ਕਿੰਨਾ ਕੁ ਇੰਟਰਸਟ ਲਿਆ ਗਿਆ? ਇੱਕ MLA ਨੂੰ ਇੱਕ ਕਾਪੀ ਗਈ ਹੋਵੇ ਇੱਕ ਕੰਪਲੇਂਟ ਦੀ, ਉਹਦੇ ਤੇ ਕੀ 100 ਕਰੋੜ ਦੇ ਘਪਲੇ 'ਚ MLA ਨੇ ਇੰਟਰਸਟ ਲਿਆ ਜਾਂ ਨਹੀਂ ਲਿਆ? ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ। ਦੂਜੀ ਗੱਲ, ਸਰਕਾਰ, ਹੋ ਸਕਦਾ ਸਰਕਾਰ ਨੇ ਇਸ ਨੂੰ ਡਾਇਰੈਕਸ਼ਨ ਦਿੱਤਾ ਹੋਵੇ ਥੱਲੜੇ ਲੈਵਲ ਤੇ ਕਿ ਇਸ ਦੀ ਜਾਂਚ ਕਰੋ। ਪਰ ਅਸੀਂ ਜਿਸ ਹਿਸਾਬ ਨਾਲ ਘਪਲਾ ਦੇਖ ਰਹੇ, ਘਪਲਾ ਅਗਰ ਫਿਰੋਜ਼ਪੁਰ 'ਚ ਹੋਇਆ, ਅਗਰ ਇਸ ਦੀ ਇਨਕੁਆਇਰੀ ਫਿਰੋਜ਼ਪੁਰ ਦੇ ਸੰਬੰਧਤ DC ਵੱਲੋਂ ਜਾਂ ਕਿਸੇ ਦੀ ਲਾ ਦਿੱਤੀ ਜਾਂਦੀ ਹੈ ਡਿਊਟੀ ਕੀ ਥੱਲੜੇ ਅਧਿਕਾਰੀਆਂ ਦੀ, ਕਿਉਂਕਿ ਵੇਖੋ ਜਿਹੜੀ ਜਗ੍ਹਾ ਤੇ ਘਪਲਾ ਹੋਇਆ ਹੁੰਦਾ ਉਸ ਦੀ ਇਨਕੁਆਇਰੀ ਉੱਥੋਂ ਦੇ ਮੁਲਾਜ਼ਮਾਂ ਨੂੰ ਨਹੀਂ ਕਰਨ ਦੇਣੀ ਚਾਹੀਦੀ, ਕਿਉਂਕਿ ਉੱਥੋਂ ਦਾ ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਮੈਨੂੰ ਪਿੱਛੇ ਜੇ ਕਿਸੇ ਨੇ ਚੈਨਲ ਤੇ ਬੋਲਿਆ ਸੀ ਆਪਣੇ, ਉਹ ਕਹਿੰਦਾ ਕਿ ਇੱਕ ਮੈਂ ਪਟਵਾਰੀ ਦੀ ਸ਼ਿਕਾਇਤ ਕੀਤੀ ਔਰ ਇਨਕੁਆਇਰੀ ਘੁੰਮ ਘੁਮਾ ਕੇ ਪਟਵਾਰੀ ਕੋਲ ਹੀ ਆ ਗਈ। ਜਿਹੜੇ ਪਟਵਾਰੀ ਦੀ ਸ਼ਿਕਾਇਤ ਉਸੇ ਪਟਵਾਰੀ ਕੋਲੇ ਉਹਦੀ ਇਨਕੁਆਇਰੀ ਆ ਗਈ। ਕਈ ਵਾਰ ਹਾਲਾਤ ਬਣ ਸਕਦੇ ਆ। ਪਰ ਮੈਂ ਕਹਿੰਦਾ ਕਿ CM ਭਗਵੰਤ ਮਾਨ, ਵੇਖੋ ਕਰਪਸ਼ਨ ਖਤਮ ਕਰਨੀ ਅਗਰ ਉਹਨਾਂ ਦਾ ਮਿਸ਼ਨ ਆ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਦਾ ਵੀ ਫਰਜ਼ ਬਣਦਾ, ਸਾਡਾ ਵੀ ਫਰਜ਼ ਬਣਦਾ ਉਸ ਕਰਪਸ਼ਨ ਨੂੰ ਅਸੀਂ ਖਿੱਚ ਕੇ ਬਾਹਰ ਲਿਆਈਏ, ਕੱਢ ਕੇ ਬਾਹਰ ਲਿਆਈਏ। ਔਰ ਇਹ ਜਿਹੜੀ ਆ ਇਨਕੁਆਇਰੀ ਇਹ ਉੱਪਰਲੇ ਲੈਵਲ ਤੇ ਹੋਣੀ ਚਾਹੀਦੀ ਆ।
ਇਹ ਇਨਕੁਆਇਰੀ ਸੀਐਮ ਲੈਵਲ ਤੇ ਹੋਣੀ ਚਾਹੀਦੀ ਆ। ਇਹ ਇਨਕੁਆਇਰੀ ਅਗਰ ਪੰਜਾਬ ਪੱਧਰ ਤੇ ਜਾਂਦੀ ਆ ਤਾਂ ਮੈਂ ਕਹਿੰਦਾ ਕਿ ਇਸ ਇਨਕੁਆਇਰੀ ਦੇ ਵਿੱਚ ਜਿਹੜਾ ਕੀ ਆ ਬੜੇ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਹੈ। ਅਗਰ ਇਸ ਦੀ ਘੋਖ ਪੜਤਾਲ ਸਹੀ ਤਰੀਕੇ ਨਾਲ ਹੁੰਦੀ ਹੈ ਤੇ ਲੱਗਦਾ ਹੈ ਕਈ ਵੱਡੇ ਚਿਹਰੇ, ਕਈ ਨਾਮੀ ਲੀਡਰ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਨੇ। ਬਿਲਕੁਲ ਵੱਡੇ ਨਾਮੀ ਲੀਡਰ ਇਸ ਘੇਰੇ 'ਚ ਆ ਸਕਦੇ ਆ, ਕਿਉਂਕਿ ਬੜਾ ਲੰਮਾ ਸਮਾਂ ਜਿਹੜਾ ਕੀ ਆ ਹੈਗਾ ਕਿ ਇਹਨਾਂ ਨੇ ਇੱਥੇ ਸੱਤਾ ਦੇ ਵਿੱਚ ਰਹੇ ਆ। ਸੱਤਾ ਦੇ ਵਿੱਚ ਰਹਿਣ ਤੇ ਸਭ ਕੁਝ ਹੋਇਆ। ਵੇਖੋ ਗੱਲ ਕਰੀਏ ਤਾਂ ਜਿਵੇਂ ਹੁਣ ਮਾਣੂਕੇ ਵਾਲੀ ਕੋਠੀ ਦੀ ਗੱਲ ਚੱਲ ਰਹੀ ਆ। ਮਾਣੂਕੇ ਵਾਲੀ ਕੋਠੀ ਜੇ ਐਮਐਲਏ ਮੌਜੂਦਾ ਤੋਂ ਛਡਵਾਈ ਜਾ ਸਕਦੀ ਆ, ਪਰ ਜਿਹੜੇ ਐਮਐਲਏ ਦੇ ਸਮੇਂ ਤੇ ਆ ਕੁਝ ਹੋਇਆ, ਆ ਕਰਪਸ਼ਨ ਹੋਈ, ਇਹਦੀ ਕੋਖ ਪੜਤਾਲ ਕਿਉਂ ਨਹੀਂ ਹੋ ਸਕਦੀ? ਇਹਦੀ ਕੋਖ ਪੜਤਾਲ ਹੋ ਸਕਦੀ ਆ, ਇਹਦੀ ਕੋਖ ਪੜਤਾਲ ਹੋਏਗੀ, ਬਿਲਕੁਲ ਹੋਏਗੀ। ਪਰ ਅਗਰ ਇਹ ਜਿਹੜੀ ਚਿੱਠੀ ਆ ਇਹ ਸਹੀ ਜਗ੍ਹਾ ਤੇ ਪਹੁੰਚੇ, ਇਹ ਚਿੱਠੀ ਸੀਐਮ ਤੱਕ ਪਹੁੰਚੇ, ਇਹ ਚਿੱਠੀ ਉੱਪਰਲੇ ਲੈਵਲ ਤੇ ਪਹੁੰਚੇ, ਤਾਂ ਮੈਂ ਕਹਿੰਦਾ ਇਹਦੀ ਜਿਹੜੀ ਆ ਇਹਦੇ ਤੇ ਘੋਖ ਪੜਤਾਲ ਹੋ ਸਕਦੀ ਆ। ਉਹ ਜਿਹੜੇ ਦੋਸ਼ੀ ਆ, ਅਗਰ ਇਹ ਚਿੱਠੀ ਸੱਚੀ ਆ, ਵੇਖੋ 100 ਕਰੋੜ ਦੀ ਗੱਲ ਕਰਨਾ ਬੜੀ ਵੱਡੀ ਗੱਲ ਆਪਣੇ ਆਪ ਦੇ ਵਿੱਚ, ਇੱਕ ਚਿੱਠੀ ਬੜੀ ਵੱਡੀ ਗੱਲ ਆ। ਔਰ ਦੂਜੀ ਗੱਲ, ਅਗਰ ਇਹ ਕੰਪਲੇਂਟ ਝੂਠੀ ਆ, ਅਗਰ ਹੋ ਸਕਦਾ ਸ਼ਰਾਰਤ ਕਿਸੇ ਦੀ ਹੈਗੀ ਆ, ਇਹ ਕੰਪਲੇਂਟ ਕਿ ਕਿਸੇ ਨੇ ਸ਼ਰਾਰਤ ਦੇ ਨਾਤੇ ਪਾਤੀ ਆ ਕਿ 100 ਕਰੋੜ ਆਇਆ ਹੀ ਨਾ ਹੋਵੇ, ਹੋ ਸਕਦਾ ਇੰਨੇ ਟਾਈਮ 'ਚ ਫਿਰੋਜ਼ਪੁਰ 'ਚ, ਔਰ ਉਹਨੇ 100 ਕਰੋੜ ਦਾ ਜ਼ਿਕਰ ਕਰ ਦਿੱਤਾ ਹੋਵੇ। ਹੋ ਸਕਦਾ ਇਹ ਚੀਜ਼ ਵੀ ਹੋਵੇ ਕਿ ਕੋਈ ਨਿੱਜੀ ਦੁਸ਼ਮਣੀ ਕੱਢਣ ਦੇ ਲਈ ਜਾਂ ਨਿੱਜੀ ਕੋਈ ਉਹਦਾ ਆਪਦਾ ਸਵਾਰਥ ਹੋਵੇ ਇਸ ਦਰਖਾਸਤ ਨੂੰ ਦੇਣ ਦਾ, ਇਹ ਚੀਜ਼ ਵੀ ਹੋ ਸਕਦਾ ਹੋਈ ਹੋਵੇ। ਪਰ 100 ਕਰੋੜ ਦੀ ਗੱਲ ਕਰਾਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਜੀਭ ਨੂੰ ਵਲ ਪੈਂਦਾ ਜਦੋਂ 100 ਕਰੋੜ ਦੀ ਗੱਲ ਕਰਦੇ ਆ। ਅਗਰ ਇਹ ਗੱਲ ਸੱਚੀ ਹੁੰਦੀ ਆ ਫਿਰ ਕੌਣ ਜ਼ਿੰਮੇਵਾਰ ਆ? ਪਹਿਲਾਂ ਤਾਂ ਇਹ ਚੈੱਕ ਕੀਤਾ ਜਾਵੇ ਕਿ ਫਿਰੋਜ਼ਪੁਰ ਨੂੰ ਇੰਨੇ ਸਾਲਾਂ 'ਚ ਕਿੰਨਾ ਪੈਸਾ ਆਇਆ। ਪਿਛਲੇ 7-8 ਸਾਲਾਂ ਦਾ ਜ਼ਿਕਰ ਇਹ ਚਿੱਠੀ ਦੇ ਵਿੱਚ ਕੀਤਾ, ਕਿੰਨਾ ਪੈਸਾ ਆਇਆ ਫਿਰੋਜ਼ਪੁਰ ਨੂੰ। ਅਗਰ 100 ਕਰੋੜ ਦੇ ਕਰੀਬ ਆਇਆ ਤਾਂ ਉਹਦੀ ਜਾਂਚ ਹੋਵੇ। ਅੱਜ ਵੀ ਉਹ ਸੜਕਾਂ ਪਈਆਂ ਹੋਣਗੀਆਂ, ਅੱਜ ਵੀ ਉਹ ਗਲੀਆਂ ਪਈਆਂ ਹੋਣਗੀਆਂ, ਅੱਜ ਵੀ ਉਹ ਮਾਸਟਰ ਰੋਲ ਪਏ ਹੋਣਗੇ, ਅੱਜ ਵੀ ਫਰਮਾਂ 'ਚ ਪੈਸੇ, ਕਿਉਂਕਿ ਆਨਲਾਈਨ ਸਿਸਟਮ ਆ, ਸਾਰਾ ਕੁਝ ਟਰੇਸ ਹੋ ਸਕਦਾ। ਇੱਕ ਚੀਜ਼ ਜ਼ਰੂਰ ਟਰੇਸ ਹੋਈ ਆ, ਜਿਹੜੇ ਮੇਰੇ ਸੋਰਸ ਦੱਸਦੇ ਆ ਕਿ ਕੁਝ ਖਾਤਿਆਂ 'ਚ ਗਲਤ ਪੈਸੇ ਪਾਤੇ ਸੀ। ਇੱਕ ਬਲਾਕ ਨੇ ਦੂਜੇ ਬਲਾਕ ਦੇ ਖਾਤਿਆਂ 'ਚ ਗਲਤ ਪੈਸੇ ਪਾਤੇ, ਕੋਈ 15-16 ਲੱਖ ਰੁਪਈਆ ਜਿਹੜਾ ਰਿਕਵਰ ਕੀਤਾ ਗਿਆ। ਉਹ ਮੇਰੇ ਸੋਰਸ ਦੱਸਦੇ ਵੀ ਇਸੇ ਚਿੱਠੀ ਦੀ ਇਨਕੁਆਇਰੀ ਦੌਰਾਨ ਉਹ ਕਿਸੇ ਇਹਨਾਂ ਦੇ ਅਧਿਕਾਰੀ ਨੇ ਬਿਆਨ ਲਿਖਾਇਆ ਉੱਥੇ, ਔਰ ਉਹਦੇ ਵਿੱਚ ਉਹਨੇ ਗੱਲ ਕਹੀ ਆ ਕਿ ਮੈਂ ਪੈਸਾ ਰਿਕਵਰ ਕਰਵਾ ਲਿਆ। ਜਿਨ੍ਹਾਂ ਦੇ ਖਾਤਿਆਂ 'ਚ ਪੈਸਾ ਗਿਆ ਸੀ ਉਹਨਾਂ ਦੇ ਖਾਤਿਆਂ 'ਚੋਂ ਰਿਕਵਰ ਹੋ ਕੇ ਸਰਕਾਰ ਦੇ ਖਾਤੇ ਜਮ੍ਹਾਂ ਹੋ ਗਏ, ਇਹ ਵੀ ਜਾਣਕਾਰੀ ਉਹਦੇ 'ਚ। ਇਹ ਵਿਜੀਲੈਂਸ ਦੀ ਟੀਮ ਨੇ ਰਿਕਵਰ ਕੀਤੇ ਆ। ਇਹਦੇ ਬਾਰੇ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ, ਕਿਉਂਕਿ ਸਾਡੇ ਸੋਰਸ ਨੇ ਜਿਹੜੀ ਇਹ ਗੱਲ ਦੱਸੀ ਆ। ਅਸੀਂ ਸਿਰਫ ਸੋਰਸ ਦੇ ਮਾਧਿਅਮ ਰਾਹੀਂ ਇਹ ਗੱਲ ਕਹਿ ਰਹੇ ਹਾਂ। ਹਾਲਾਂਕਿ ਵਿਜੀਲੈਂਸ ਕੋਲੇ ਵੀ ਜਾਂਚ ਚੱਲ ਰਹੀ ਆ, ਹੋਰ ਵੀ ਕੁਝ ਡਿਪਾਰਟਮੈਂਟਾਂ ਦੇ ਕੋਲੇ ਇਸ ਦੀ ਜਾਂਚ ਜਿਹੜੀ ਚੱਲ ਰਹੀ, ਕਿਉਂਕਿ ਪੰਚਾਇਤ ਮਹਿਕਮਾ ਜਿਹੜਾ ਇਹਨਾਂ ਦਾ ਆਪਦਾ ਮਨਰੇਗਾ, ਉਹਨਾਂ ਦੇ ਮਹਿਕਮੇ ਦੇ ਕੋਲੇ ਵੀ ਹੋ ਸਕਦਾ ਇਹਦੀ ਜਾਂਚ ਚੱਲ ਰਹੀ ਹੋਵੇ। ਹੋ ਸਕਦਾ ਐਮਐਲਏ ਵੀ ਆਪਦੇ ਲੈਵਲ ਤੇ ਕੁਝ ਕਰ ਰਿਹਾ ਹੋਵੇ, ਹੋ ਸਕਦਾ ਕੋਈ ਚੰਡੀਗੜ੍ਹ ਦੀ ਟੀਮ ਪਹਿਲਾਂ ਹੀ ਲੱਗੀ ਹੋਵੇ, ਕਿਉਂਕਿ ਇਹਦੀ ਇੱਕ ਕਾਪੀ ਸੀਐਮ ਭਗਵੰਤ ਮਾਨ ਨੂੰ ਵੀ ਚੰਡੀਗੜ੍ਹ ਪਹੁੰਚੀ ਹੋਈ ਆ। ਸੋ ਜਾਂਚ ਦੀ ਗੱਲ ਆਉਂਦੀ ਹੈ, ਪਿਛਲੇ ਦਿਨੀ ਤਹਿਸੀਲਦਾਰਾਂ ਦੀ ਇੱਕ ਚਿੱਠੀ ਸਾਹਮਣੇ ਆਈ ਸੀ, ਉਸ ਤੋਂ ਬਾਅਦ ਸਰਕਾਰ ਦੀ ਜੋ ਜਾਂਚ ਦੀ ਪ੍ਰਕਿਰਿਆ ਸੀ ਉਹ ਸੁਸਤ ਹੋ ਗਈ ਸੀ। ਕੀ ਤੇਜ਼ ਰਵੱਈਏ ਨਾਲ ਇਸ ਜੋ ਵੱਡਾ ਘਪਲਾ ਹੋਇਆ ਹੈ, ਸਰਕਾਰ ਇਹਦੇ ਤੇ ਕੋਈ ਸਖਤੀ ਨਾਲ ਤੇ ਬਿਲਕੁਲ ਫੁਰਤੀ ਨਾਲ ਐਕਸ਼ਨ ਲੈ ਪਾਏਗੀ? ਕਿਉਂਕਿ ਤਹਿਸੀਲਦਾਰਾਂ ਦੇ ਮਾਮਲੇ 'ਚ ਦੇਖਣਾ ਹੋਇਆ ਸੀ ਕਿ ਚਿੱਠੀ ਉਜਾਗਰ ਹੋਣ ਤੋਂ ਬਾਅਦ ਜਿਨ੍ਹਾਂ ਤੇ ਕਾਰਵਾਈ ਦੀ ਗੱਲ ਆਈ ਸੀ, ਰਿਸ਼ਵਤ ਦੇਣ ਤੇ ਲੈਣ ਵਾਲੇ ਤੇ ਬਾਅਦ ਸਰਕਾਰ ਦਾ ਥੋੜਾ ਸੁਸਤ ਰਵੱਈਆ, ਇੱਕ ਬੈਕਫੁੱਟ ਤੇ ਆਂਦੀ ਸਰਕਾਰ ਦੇਖੀ ਗਈ ਸੀ। ਕੀ ਲੱਗਦਾ ਹੈ ਕਿ ਹੁਣ ਇਸ 100 ਕਰੋੜ ਦੇ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈ ਕੇ ਤੇ ਜੋ ਆਮ ਬੰਦਿਆਂ ਦਾ, ਗਰੀਬ ਜਨਤਾ ਦਾ ਖੂਨ ਪਸੀਨੇ ਦੀ ਕਮਾਈ ਨੂੰ ਚੂਸਿਆ ਗਿਆ, ਨਿਚੋੜਿਆ ਗਿਆ ਹੈ, ਸਰਕਾਰ ਇਹਦੇ ਤੇ ਸਖਤੀ ਨਾਲ ਕਾਰਵਾਈ ਕਰ ਪਾਏ? ਵੇਖੋ, ਕਰਪਸ਼ਨ ਕਰਨ ਵਾਲੇ ਜ਼ਿਆਦਾ ਨੇ ਔਰ ਫੜਨ ਵਾਲੇ ਘੱਟ ਆ, ਇਮਾਨਦਾਰ ਘੱਟ ਆ। ਇਹ ਤਾਂ ਆਪਾਂ ਵਰਬਲੀ ਗੱਲ ਆਪਾਂ ਕਹਿ ਦਿੰਦੇ ਆ ਕਿ ਇਮਾਨਦਾਰ ਬੰਦੇ ਘੱਟ ਆ। ਜੇ ਇਮਾਨਦਾਰ ਪਹਿਲਾਂ ਹੀ ਜ਼ਿਆਦਾ ਹੁੰਦੇ ਤਾਂ ਫਿਰ ਘਪਲੇ ਕਿਉਂ ਹੁੰਦੇ, ਕਰਪਸ਼ਨ ਕਿਉਂ ਹੁੰਦੀ? ਹੁਣ ਭਗਵੰਤ ਮਾਨ ਸੀਐਮ ਇਹ ਗੱਲ ਕਰ ਰਹੇ ਆ ਕਿ ਮੈਂ ਕਰਪਸ਼ਨ ਖਤਮ ਕਰਨੀ ਆ, ਪਰ ਜਿੰਨੀ ਦੇਰ ਤੱਕ ਉਹਨਾਂ ਤੱਕ ਇਹ ਚਿੱਠੀਆਂ ਪਹੁੰਚਦੀਆਂ ਨਹੀਂ, ਜਿੰਨੀ ਦੇਰ ਤੱਕ ਉਹਨਾਂ ਤੱਕ ਇਹ ਗੱਲ ਪਹੁੰਚਦੀ ਨਹੀਂ, ਉਹਦੇ ਇੱਕ ਸਕਿੰਟ ਲਾਉਂਦੇ ਆ। ਉਹਨਾਂ ਦੇ ਮੰਤਰੀ ਹੋਵੇ, ਉਹਨਾਂ ਦਾ ਐਮਐਲਏ ਹੋਵੇ, 1 ਮਿੰਟ 'ਚ ਪਤਾ ਲੱਗੇ, ਉਹਨਾਂ ਨੂੰ ਚੱਕ ਕੇ ਕੁਰਸੀ ਤੋਂ ਥੱਲੇ ਮਾਰਦੇ ਆ। ਜਾਣੀ ਕਿ ਅਗਰ ਇਹ ਚੀਜ਼ਾਂ ਉੱਪਰ ਪਹੁੰਚਣਗੀਆਂ, ਕਾਰਵਾਈ ਜ਼ਰੂਰ ਹੋਏਗੀ, ਪਰ ਮੈਂ ਪਹਿਲਾਂ ਕਹਿ ਚੁੱਕਿਆ, ਅਗਰ ਇਹ ਚੀਜ਼ਾਂ ਥੱਲੜੇ ਲੈਵਲ ਤੇ ਇਹਨਾਂ ਦੀ ਇਨਕੁਆਇਰੀ ਹੁੰਦੀ ਆ, ਉੱਪਰ ਧਿਆਨ 'ਚ ਨਹੀਂ ਹੁੰਦਾ, ਹੋ ਸਕਦਾ ਥੱਲੇ ਜਿਹੜੀ ਆ ਇਹ ਚੀਜ਼ਾਂ ਦਬ ਜਾਣ ਜਾਂ ਉਹ ਚੀਜ਼ਾਂ ਉਸ ਤਰੀਕੇ ਨਾਲ ਨਾ ਹੋ ਪਾਉਣ, ਇੱਕ ਦੂਜੇ ਦੇ ਰਿਲੇਸ਼ਨਾਂ ਦੇ ਵਿੱਚੋਂ ਲੋਕ ਨਿਕਲ ਆਉਣ ਔਰ ਉਹ ਇੱਕ ਦੂਜੇ ਦੇ ਮੂੰਹ ਨੂੰ ਉਸ ਚੀਜ਼ ਨੂੰ ਢਿੱਲਾ ਕਰ ਦੇਣ। ਪਰ ਇਹ ਗੱਲ ਜ਼ਰੂਰ ਆ, ਜੇ 100 ਕਰੋੜ ਦੇ ਘਪਲੇ ਦੀ ਗੱਲ ਹੋਈ ਆ ਤਾਂ ਬੜੀ ਵੱਡੀ ਗੱਲ ਆ। 100 ਕਰੋੜ ਦਾ ਘਪਲੇ ਦਾ ਜਿਹੜੀ ਕਾਰਵਾਈ ਆ ਇਹ ਚੰਡੀਗੜ੍ਹ ਲੈਵਲ ਤੇ ਜ਼ਰੂਰ ਹੋਣੀ ਚਾਹੀਦੀ ਆ। ਸੋ ਮਾਮਲਾ ਕਾਫੀ ਵੱਡਾ ਹੈ, ਰਕਮ ਕਾਫੀ ਵੱਡੀ ਹੈ। 100 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ, ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ। ਉੱਥੇ ਰਹਿਣ ਵਾਲੇ ਜੋ ਲੋਕ ਸੀ ਉਹਨਾਂ ਦਾ ਜੀਵਨ ਪੱਧਰ ਸੁਧਰ ਸਕਦਾ ਸੀ। ਜੋ ਉੱਥੋਂ ਦੀ ਸੀਵਰੇਜ ਸਿਸਟਮ ਹੈ ਜਾਂ ਮੂਲਭੂਤ ਸੁਵਿਧਾਵਾਂ ਨੇ, ਉਹ ਲੋਕਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪਹੁੰਚਾਈਆਂ ਜਾ ਸਕਦੀਆਂ ਸੀ।
ਸੋ ਦੇਖਣਯੋਗ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਜੋ ਇਹ ਮਾਮਲਾ ਕਾਫੀ ਵੱਡਾ ਹੈ, ਜ਼ਿਲ੍ਹੇ ਪੱਧਰ ਤੇ 100 ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੁੰਦੀ। ਦੇਖਣਾ ਹੋਏਗਾ ਸਰਕਾਰ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ। ਸੋ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ, ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੋ 100 ਕਰੋੜ ਦਾ ਘਪਲਾ ਹੈ ਸਰਕਾਰ ਤੱਕ ਪਹੁੰਚਾਉਣ ਦੀ ਇੱਕ ਛੋਟੀ ਜਿਹੀ ਪਹਿਲ ਕਰ ਸਕਦੇ ਹੋ। ਕੈਮਰਾ ਪਰਸਨ ਦੇ ਨਾਲ ਹਨੀ ਕਾਰੂ।